प्यारे बच्चों, वेलकम टू माय चैनल। वेरी गुड मॉर्निंग, my dear friends and my dear students. Today we will study about the chapter The Gender Bias, written by great writer Sudha Murthy. प्यारे बच्चों, ਸੁਧਾ ਮੂਰਤੀ ਦਾ ਇੱਕ ਚੈਪਟਰ ਹੈ ਤੁਹਾਡੀ ਕਲਾਸ 11ਵੀਂ ਦੇ ਵਿੱਚ। ਨਾਮ ਹੈ ਜੈਂਡਰ ਬਾਇਸ। ਬੱਚਿਓ, ਜੈਂਡਰ ਬਾਇਸ ਦਾ ਅਰਥ ਹੁੰਦਾ ਹੈ ਕਿ ਲਿੰਗ ਦੇ ਆਧਾਰ 'ਤੇ ਭੇਦਭਾਵ। ਪਿਆਰੇ ਬੱਚਿਓ, ਤੁਹਾਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਆਜ਼ਾਦੀ ਤੋਂ ਪਹਿਲੇ ਔਰਤਾਂ ਦੇ ਨਾਲ ਵਿਤਕਰਾ ਹੁੰਦਾ ਸੀ। ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਬਾਇਸ ਸਨ, ਜਿਸ ਤਰੀਕੇ ਦੇ ਨਾਲ ਧਰਮ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ, ਕੰਮਕਾਰ ਦੇ ਆਧਾਰ 'ਤੇ, ਅਤੇ ਉਸ ਦੇ ਵਿੱਚੋਂ ਸਭ ਨਾਲੋਂ ਘਿਨੌਣਾ ਰੂਪ ਜੈਂਡਰ ਬਾਇਸ ਦਾ ਸੀ। ਸਾਡੀ ਲੇਖਿਕਾ ਸੁਧਾ ਮੂਰਤੀ ਨੇ ਆਪਣੀ ਕਲਮ ਇਸ ਸਮੱਸਿਆ 'ਤੇ ਚਲਾਈ ਅਤੇ ਆਪਣੇ ਆਪ 'ਤੇ ਜਿਹੜਾ ਵਿਤਕਰਾ ਹੋਇਆ ਉਸ ਨੂੰ ਬਾਖੂਬੀ ਕਲਮਬੱਧ ਕੀਤਾ। ਪਿਆਰੇ ਬੱਚਿਓ, ਪਹਿਲੇ ਮੈਂ ਤੁਹਾਨੂੰ ਸੁਧਾ ਮੂਰਤੀ ਦੇ ਬਾਰੇ ਵਿੱਚ ਕੁਝ ਦੱਸਾਂਗਾ, ਇਸ ਲੇਖਿਕਾ ਦੇ ਬਾਰੇ 'ਚ ਦੱਸਾਂਗਾ। ਬੱਚਿਓ, ਸੁਧਾ ਮੂਰਤੀ ਇੱਕ ਚਲਦੀ ਫਿਰਦੀ ਇੰਸਟੀਚਿਊਟ ਹੈ। ਉਹ ਇੱਕ औरत नहीं, वो एक संस्था है। इस औरत दे एक नहीं अनेक स्वरूप ने। वो लेखिका है, अध्यापिका है, इंजीनियर है, समाज सेवी है। नवीं राहां दे राही नवीं इबारतां दी रचेता ते जीवन दौड़ दे विच हमेशा अगे रहने वाली जीवन दौड़ दे विच जित ਤੇ ਇਹ ਕਹਿੰਦੀ ਹੋਈ ਨਜ਼ਰ ਆਉਂਦੀ ਹੈ ਸਾਨੂੰ ਕਿ ਤੜਪਤੀ ਦੇਖਤਾ ਹੂੰ ਕੋਈ ਸ਼ੈ ਜਬ, तड़पती देखता हूँ कोई शय जब, दिल से लगा लेता हूँ अपना दिल समझ कर। गरीब ਬੱਚਿਆਂ ਲਈ ਉਹ ਮਸੀਹਾ ਨੇ। ਪਿਆਰੇ ਬੱਚਿਓ, ਕਰਨਾਟਕਾ ਦੇ ਸਰਕਾਰੀ ਸਕੂਲਾਂ ਦੇ ਵਿੱਚ, ਸਾਰੇ ਸਰਕਾਰੀ ਸਕੂਲਾਂ ਵਿੱਚ ਇਸ ਔਰਤ ਨੇ ਕੰਪਿਊਟਰ ਪ੍ਰੋਵਾਈਡ ਕੀਤੇ ਅਤੇ ਲਾਇਬ੍ਰੇਰੀਜ਼ ਨੂੰ ਬੱਚਿਆਂ ਦੇ ਪੜ੍ਹਨ ਦੇ ਵਾਸਤੇ ਬਹੁਤ ਵਧੀਆ ਵਧੀਆ ਬੁੱਕਸ ਦਿੱਤੀਆਂ। ਉਹ ਇੱਕ ਬਹੁਤ ਵੱਡੀ ਸਮਾਜ ਸੇਵਿਕਾ ਨੇ। ਸੋ ਅੱਜ ਅਸੀਂ ਉਸ ਦੇ ਇੱਕ ਪਾਠ ਜੈਂਡਰ ਬਾਇਸ ਬਾਰੇ ਪੜ੍ਹਾਂਗੇ। ਪਿਆਰੇ ਬੱਚਿਓ, ਇਹ ਪਾਠ ਉਹਨਾਂ ਦੀ ਇੱਕ ਆਟੋਬਾਇਓਗ੍ਰਾਫੀਕਲ ਹੀ ਹੈ। ਉਹਨਾਂ ਦੀ ਆਟੋਬਾਇਓਗ੍ਰਾਫੀ ਵਿੱਚੋਂ ਇਹ ਸਮਝ ਲਓ ਕਿ ਲਿਆ ਗਿਆ ਹੈ। ਇਹ ਗੱਲ ਉਦੋਂ ਦੀ ਹੈ ਜਦੋਂ ਸੁਧਾ ਮੂਰਤੀ ਲੇਖਿਕਾ ਵਿਦਿਆਰਥਣ ਸਨ ਅਤੇ ਐਮਟੈਕ ਕੰਪਿਊਟਰ ਕਰ ਰਹੇ ਸਨ। ਉਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੌਰ ਤੋਂ ਐਮਟੈਕ ਦੀ ਵਿੱਦਿਆ ਲੈ ਰਹੇ ਸਨ। ਠੀਕ ਹੈ, ਅਤੇ ਉਹ ਆਪਣੇ ਕਾਲਜ ਟਾਈਮ ਨੂੰ ਯਾਦ ਕਰਦੇ ਹੋਏ ਕਹਿੰਦੇ ਨੇ ਕਿ ਇਟ ਵਾਜ਼ ਲੌਂਗ ਟਾਈਮ ਆਈ ਵਾਜ਼ ਯੰਗ ਐਂਡ ਬ੍ਰਾਈਟ, ਬੋਲਡ ਐਂਡ ਆਈਡੀਅਲਿਸਟਿਕ। ਪਿਆਰੇ ਬੱਚਿਓ, 4 ਗੁਣ ਉਹਨਾਂ ਨੇ ਆਪਣੇ ਦੱਸੇ ਨੇ ਕਿ ਇੱਕ ਤਾਂ ਉਸ ਵੇਲੇ ਉਹ ਯੰਗ ਸਨ ਲੇਕਿਨ ਬਹੁਤ ਪ੍ਰਤਿਭਾਸ਼ਾਲੀ ਵਿਦਿਆਰਥਣ ਸਨ, ਔਰ 2 ਹੋਰ ਗੁਣ ਕਿਹੜੇ, ਬੋਲਡ ਅਤੇ ਆਈਡੀਅਲਿਸਟਿਕ ਸਨ। ਪਿਆਰੇ ਬੱਚੇ, ਜਦੋਂ ਐਮਟੈਕ ਦੀ ਆਪਣੀ ਐਮਟੈਕ ਪੜ੍ਹ ਰਹੇ ਸਨ ਅਤੇ ਆਖਰੀ ਪੜਾਅ 'ਤੇ ਸਨ, ਤਾਂ ਇੱਕ ਦਿਨ ਕਾਲਜ ਦੇ ਕੈਂਪਸ ਵਿੱਚ ਜਾਂਦੇ ਹੋਏ ਉਹਨਾਂ ਨੇ ਕੀ ਦੇਖਿਆ ਕਿ ਇੱਕ ਐਡਵਰਟਾਈਜ਼ਮੈਂਟ ਲੱਗੀ ਹੋਈ ਹੈ, ਲੇਕਿਨ ਐਡਵਰਟਾਈਜ਼ਮੈਂਟ ਦੇ ਥੱਲੇ ਲਿਖਿਆ ਹੈ, ਕੀ ਲਿਖਿਆ ਹੈ, ਲੇਡੀਜ਼ ਨੀਡ ਨਾਟ ਅਪਲਾਈ, ਕਿ ਔਰਤਾਂ ਨੂੰ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਲੇਡੀਜ਼ ਕੈਂਡੀਡੇਟਸ ਨੀਡ ਨਾਟ ਅਪਲਾਈ। ਇਸ ਗੱਲ ਨੇ
ਸੁਧਾ ਮੂਰਤੀ ਨੂੰ ਅੰਦਰ ਤੱਕ ਝਕਝੋਰ ਦਿੱਤਾ। ਉਹਨਾਂ ਨੇ ਇਸ ਵਿਤਕਰੇ ਦੇ ਖਿਲਾਫ ਇੱਕ ਮੁਹਿੰਮ ਆਰੰਭ ਕਰਨ ਦੀ ਕੋਸ਼ਿਸ਼ ਕੀਤੀ। ਪੂਰਾ ਡਿਟਰਮੀਨੇਸ਼ਨ ਮਨ 'ਚ ਕਰ ਲਿਆ ਕਿ ਮੈਂ ਇਸ ਪੋਸਟ ਲਈ ਅਪਲਾਈ ਵੀ ਕਰਨਾ ਤੇ ਇੰਟਰਵਿਊ ਦੇ ਵਾਸਤੇ ਵੀ। ਬੱਚਿਓ, ਉਹਨਾਂ ਨੇ ਇਸ ਪੋਸਟ ਲਈ ਅਪਲਾਈ ਕਰ ਦਿੱਤਾ ਅਤੇ ਇੱਕ ਲੈਟਰ ਜਿਹੜਾ ਹੈ ਉਸ ਕੰਪਨੀ ਦੇ ਸਭ ਨਾਲੋਂ ਵੱਡੇ ਆਫਿਸਰ ਨੂੰ ਲਿਖਿਆ। ਔਰ ਉਹ ਕੰਪਨੀ ਕਿਹੜੀ ਸੀ? ਉਹ ਕੰਪਨੀ ਸੀ ਬੱਚਿਓ ਟੈਲਕੋ ਕੰਪਨੀ ਸੀ, ਜਿਹੜੀ ਕਿ ਅੱਜ ਕੱਲ੍ਹ ਟਾਟਾ ਮੋਟਰਸ ਦੇ ਨਾਂ ਨਾਲ ਪ੍ਰਸਿੱਧ ਹੈ। ਔਰ ਜਿਹੜਾ ਲੈਟਰ ਇਹਨਾਂ ਨੇ ਲਿਖਿਆ ਇਸ ਦੇ ਖਿਲਾਫ ਕਿ ਤੁਸੀਂ ਇਸ ਤਰੀਕੇ ਨਾਲ ਕਿਵੇਂ ਸੋਚ ਸਕਦੇ ਹੋ ਤੇ ਤੁਸੀਂ ਔਰਤ ਦੇ ਬਾਰੇ 'ਚ ਜੈਂਡਰ ਬਾਇਸ ਥਿੰਕਿੰਗ ਕਿਸ ਤਰੀਕੇ ਨਾਲ ਰੱਖ ਸਕਦੇ ਹੋ, ਜਦ ਕਿ ਜਿਹੜਾ ਹੈ ਟਾਟਾ ਗਰੁੱਪ ਹੈ, ਹੀ ਇਜ਼ ਏ ਪਾਇਨੀਅਰ ਇਨ ਆਲ ਦਾ ਥਿੰਗਸ। ਬਹੁਤ ਸਾਰੀ ਚੀਜ਼ਾਂ 'ਚ ਉਹਨਾਂ ਦੀ ਸੋਚ ਜਿਹੜੀ ਹੈ ਅਗਾਂਹ ਵਧੂ ਹੈ। ਲੈਟਰ ਉਹਨਾਂ ਨੇ GRD ਟਾਟਾ ਨੂੰ ਲਿਖ ਦਿੱਤਾ। ਇੱਕ ਸ਼ਿਕਾਇਤ ਸੀ, ਇੱਕ ਗਿਲਾ ਸ਼ਿਕਵਾ ਸੀ ਮਨ ਦੇ ਵਿੱਚ। ਪਿਆਰੇ ਬੱਚਿਓ, ਉਹ ਕਹਿੰਦੇ ਨੇ ਕਿ ਆਈ ਸਾ ਇਟ ਐਜ ਏ ਚੈਲੰਜ। ਕਿਸ ਚੀਜ਼ ਨੂੰ? ਕਿ ਜਿਹੜੀ ਇਹ ਐਡਵਰਟਾਈਜ਼ਮੈਂਟ ਆਈ ਸੀ ਜਿਸ ਦੇ ਵਿੱਚ ਲਿਖਿਆ ਸੀ ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ। ਪਿਆਰੇ ਬੱਚਿਓ, ਜ਼ਿੰਦਗੀ ਇੱਕ ਜੰਗ ਹੈ। ਜਿੱਦ ਕਰੋ, ਜੀਤ ਜਾਓ। ਜੇਕਰ ਤੁਹਾਡੇ 'ਚ ਡਿਟਰਮੀਨੇਸ਼ਨ ਹੈ, ਜੇਕਰ ਤੁਸੀਂ ਹਿੰਮਤ ਦੇ ਨਾਲ ਲੜ ਸਕਦੇ ਹੋ ਤਾਂ ਜਿੱਤ ਤੁਹਾਡੀ ਹੀ ਹੁੰਦੀ ਹੈ। ਉਹੀ ਹੋਇਆ। 10 ਦਿਨ ਦੇ ਵਿੱਚ ਸੁਧਾ ਮੂਰਤੀ ਨੂੰ ਟਾਟਾ ਗਰੁੱਪ ਵੱਲੋਂ ਇੰਟਰਵਿਊ ਦਾ ਲੈਟਰ ਮਿਲਿਆ ਅਤੇ ਇਹ ਇੰਟਰਵਿਊ ਹੋਣਾ ਸੀ ਪੂਨੇ ਦੇ ਵਿੱਚ। ਤਿਆਰੀਆਂ ਕਰ ਲਈਆਂ ਗਈਆਂ ਪੂਨੇ ਜਾਣ ਦੀਆਂ। ਹੋਸਟਲ 'ਚ ਇੱਕ ਬਹੁਤ ਖੁਸ਼ਗਵਾਰ ਮਾਹੌਲ ਸੀ। ਲੜਕੀਆਂ ਉਸਦੀਆਂ ਸਾਥਣਾਂ ਬਹੁਤ ਖੁਸ਼ ਸਨ, ਲੇਕਿਨ ਪਤਾ ਨਹੀਂ ਕਿਉਂ ਸੁਧਾ ਮੂਰਤੀ ਨੂੰ ਜਿਹੜਾ ਸੀ ਇਸ ਜੌਬ ਦੇ ਬਾਰੇ 'ਚ ਨਿਸ਼ਚਿਤ ਨਹੀਂ ਸੀ ਕਿ ਮੈਨੂੰ ਇਹ ਜਿਹੜਾ ਹੈ ਮਿਲ ਸਕੇਗੀ, ਜੌਬ ਮਿਲ ਸਕੇਗੀ। ਉਹ ਖੁਦ ਲਿਖਦੀ ਨੇ, ਆਈ ਨਿਊ ਫॉर श्योर ਆਈ ਵੁੱਡ ਨਾਟ ਗੈਟ ਦ ਜੌਬ। ਫਿਰ ਵੀ ਉਸਨੇ ਕਿਹਾ ਨਹੀਂ, ਮੈਂ ਇੰਟਰਵਿਊ ਦੇਣ ਲਈ ਜਾਵਾਂਗੀ। ਉਹ ਇੰਟਰਵਿਊ ਦੇਣ ਲਈ ਗਏ। ਉਸ ਤੋਂ ਪਹਿਲੇ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਸੀ, ਹੋਸਟਲ ਦੇ ਵਿੱਚ ਲੜਕੀਆਂ ਨੇ ਕਿਹਾ ਚਲੋ ਤੁਸੀਂ ਪੂਨਾ ਤਾਂ ਦੇਖਿਆ, ਅਤੇ ਸਾਰਿਆਂ ਨੇ 30-30 ਰੁਪਏ ਇਕੱਠੇ ਕਰਕੇ ਉਹਨਾਂ ਨੂੰ ਦੇ ਦਿੱਤੇ ਕਿ ਤੁਸੀਂ ਆਉਂਦੇ ਹੋਏ ਸਾਡੇ ਲਈ ਖਰੀਦੋ ਫਰੋਖਤ ਕਰਕੇ ਲੈ ਕੇ ਆਉਣਾ। ਪੂਨੇ ਦੀਆਂ ਸਾੜੀਆਂ ਜਿਹੜੀਆਂ ਨੇ ਬਹੁਤ ਮਸ਼ਹੂਰ ਹੁੰਦੀਆਂ ਨੇ, ਸਾਡੇ ਲਈ ਸਾੜੀਆਂ ਘੱਟੋ ਘੱਟ ਲੈ ਆਈਏ। ਲੇਕਿਨ ਜਦੋਂ ਉਹ ਪਹੁੰਚਦੇ ਨੇ ਪੂਨੇ ਔਰ ਆਫਿਸ ਦੇ ਵਿੱਚ ਟੈਲਕੋ ਪਿੰਪਰੀ ਆਫਿਸ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਉੱਥੇ 6 ਬੰਦਿਆਂ ਦਾ ਪੈਨਲ ਇੰਟਰਵਿਊ ਦਾ ਸੀ। ਅਤੇ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਉਹ ਤਾਂ ਇਹ ਸੋਚਦੇ ਸੀ ਕਿ ਮੇਰੀ ਸਿਲੈਕਸ਼ਨ ਨਹੀਂ ਹੋਣੀ। ਆਈ ਨਿਊ ਫॉर श्योर ਆਈ ਵੁੱਡ ਨਾਟ ਗੈਟ ਦ ਜੌਬ। ਕਿਉਂਕਿ ਜਿਸ ਤਰ੍ਹਾਂ ਹੀ ਉਹ ਅੰਦਰ ਕਮਰੇ ਦੇ ਐਂਟਰ ਕੀਤਾ ਜਿੱਥੇ ਇੰਟਰਵਿਊ ਹੋਣਾ ਸੀ, ਅਤੇ ਇੱਕ ਇੰਟਰਵਿਊ ਲੈਣ ਵਾਲੇ ਨੂੰ ਉਹਨਾਂ ਨੇ ਹੌਲੀ ਜਿਹੀ ਬੋਲਦੇ ਹੋਏ ਸੁਣਿਆ, ਬੜਬੜਾਉਂਦੇ ਹੋਏ ਸੁਣਿਆ ਕਿ ਇਹ ਉਹ ਕੈਂਡੀਡੇਟ ਹੈ ਜਿਸ ਨੇ GRD ਟਾਟਾ ਨੂੰ ਖਤ ਲਿਖਿਆ ਸੀ। ਇੰਟਰਵਿਊ ਦਾ ਦੌਰ ਸ਼ੁਰੂ ਹੋਇਆ ਅਤੇ ਇੱਕ ਇੰਟਰਵਿਊ ਲੈਣ ਵਾਲੇ ਨੇ ਕਿਹਾ ਕਿ getting good marks, getting first rank in exams is not a certificate for success in life। बहुत सारे प्रश्न पूछे गए। सुधा मूर्ति ने हर एक प्रश्न का उत्तर बखूबी दिता, वधिया दिता। लेकिन क्योंकि उन्होंने मन दे विच एक शंका सी ते उन्होंने थोड़े जे तुनक मिजाज दे विच किया कि मैनू इंज लगता है कि ये इंटरव्यू एक आई वॉश है, दिस इज ओनली ए टेक्निकल इंटरव्यू
ਲੇਕਿਨ ਅਖੀਰ ਦੇ ਵਿੱਚ ਜਦੋਂ ਰਿਜ਼ਲਟ ਆਇਆ ਤਾਂ ਉਹ ਕਹਿੰਦੇ ਨੇ ਕਿ ਆਈ ਵਾਸ ਟੋਲਡ ਆਈ ਹੈਡ ਬੀਨ ਸਕਸੈਸਫੁਲ, ਦਿਸ ਵਾਜ਼ ਦਾ ਫਿਊਚਰ ਆਈ ਹੈਡ ਇਨ ਸਟੋਰ ਆਫ ਮੀ। ਮੇਰੀ ਕਿਸਮਤ ਦੇ ਵਿੱਚ ਇਹ ਸੀ ਕਿ ਮੈਂ ਟੈਲਕੋ ਵਰਗੀ ਵਿਸ਼ਵ ਪ੍ਰਸਿੱਧ ਕੰਪਨੀ ਦੇ ਵਿੱਚ ਜੌਬ ਕਰਨੀ ਸੀ ਔਰ ਮੇਰਾ ਇੰਟਰਵਿਊ ਹੋ ਗਿਆ, ਮੈਂ ਉੱਥੇ ਸਿਲੈਕਟ ਹੋ ਗਈ। ਪਿਆਰੇ ਬੱਚਿਓ, ਇਸ ਤੋਂ ਪਤਾ ਲੱਗਦਾ ਹੈ ਕਿ ਹਾਲਾਤ ਜਿੰਨੇ ਮਰਜ਼ੀ ਮਾੜੇ ਹੋਣ लेकिन बंदे को हिम्मत नहीं छड़नी चाहिए। बदतर हालात को कुछ लोग बेहतर बनाने की कला में माहिर होते हैं। कि होंगे ने बदतर हालात को कुछ लोग बेहतर बनाने की कला में माहिर होते हैं और वो है हमारी लेखिका सुधा मूर्ति। उसने विश्व प्रसिद्ध टेलको कंपनी में जॉब प्राप्त कर ली। कैसे? अपने डिटर्मिनेशन से, अपनी जिद से, अपनी प्रतिभा से। प्यारे बच्चों, यहाँ मैं ये बता देना चाहता हूँ कि सुधा मूर्ति का विद्यार्थी जीवन जो है वो भिन्न भिन्न जो है जीतों से भरा हुआ है, प्राप्तियों से भरा हुआ। उसने हर एग्ज़ाम फर्स्ट रैंक में पास किया, यूनिवर्सिटी में टॉप किया, पहले बीटेक में, फिर उसके बाद दुनिया की सबसे प्रसिद्ध, जैसे मैंने बताया था, इंडियन इंस्टीट्यूट ऑफ टेक्नोलॉजी बेंगलोर में एमटेक कर रहे थे, वहाँ से भी उन्होंने गोल्ड मेडल जीता। तो वो एक बहुत प्रतिभाशाली विद्यार्थी थी। अच्छा बच्चों, उसके बाद उनकी मुलाकात जे.आर.डी. टाटा से भी हुई। वो मुलाकात बहुत अच्छी थी। उन्होंने जीवन दे विच वो बहुत एक वधिया, ਜਿਹਨੂੰ ਕਹਿੰਦੇ ਸੁਨਹਿਰੀ ਅੱਖਰਾਂ 'ਚ ਲਿਖਣ ਵਾਲੀ ਔਰ ਯਾਦ ਦੇ ਵਿੱਚ ਹਮੇਸ਼ਾ ਲਈ ਵਸ ਜਾਣ ਵਾਲੀ ਮੁਲਾਕਾਤ ਸੀ। ਤੇ ਉਹਨਾਂ ਨੇ ਪਿਆਰ ਦੇ ਨਾਲ ਜੇ.ਆਰ.ਡੀ. ਟਾਟਾ ਨੂੰ ਐਪਰੋ ਜੇ.ਆਰ.ਡੀ. ਕਿਹਾ। ਐਪਰੋ ਦਾ ਮਤਲਬ ਹੁੰਦਾ ਆਰ, ਹਮਾਰਾ। ਬੱਚਿਓ, ਉਹ ਜੀਵਨ ਦੇ ਵਿੱਚ ਪ੍ਰਾਪਤੀਆਂ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਨਜ਼ਰ ਆਉਣ ਵਾਲੀ ਔਰਤ ਰਹੀ ਹੈ। ਉਹ ਫਸਟ ਟੈਲਕੋ ਸ਼ਾਪ ਫਲੋਰ ਦੇ ਵਿੱਚ ਜੌਬ ਕਰਨ ਵਾਲੀ ਸੀ। ਇਸ ਤੋਂ ਪਹਿਲੇ ਕਿਸੇ ਨੂੰ ਵੀ ਸ਼ਾਪ ਫਲੋਰ 'ਤੇ ਜੌਬ ਕਰਨ ਦਾ ਮੌਕਾ ਔਰਤ ਨੂੰ ਨਹੀਂ ਦਿੱਤਾ ਜਾਂਦਾ ਸੀ, ਕਿਉਂਕਿ ਇੱਥੇ ਸਾਰੇ ਦੇ ਸਾਰੇ ਲੇਬਰ ਜਿਹੜੀ ਹੁੰਦੀ ਹੈ ਉਹ ਜੈਂਟਸ ਹੁੰਦੀ ਹੈ, ਅਤੇ ਇੱਕ ਲੜਕੀ ਨੂੰ, ਇੱਕ ਔਰਤ ਨੂੰ ਉੱਥੇ ਜੌਬ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਸੀ। ਪਿਆਰੇ ਬੱਚਿਓ, ਇੱਥੇ ਹੀ ਮੈਂ ਸੁਧਾ ਮੂਰਤੀ ਦੇ ਬਾਰੇ 'ਚ ਇਹ ਦੱਸਣਾ ਪਸੰਦ ਕਰਾਂਗਾ ਕਿ ਉਹਨਾਂ ਨੂੰ ਦੁਨੀਆ ਦੇ ਬਹੁਤ ਵੱਡੇ ਵੱਡੇ ਅਵਾਰਡਸ ਦਿੱਤੇ ਗਏ ਨੇ, ਪ੍ਰਾਈਜ਼ ਦਿੱਤੇ ਗਏ ਨੇ, ਅਤੇ ਇਹ ਉਹਨਾਂ ਦੇ ਅਥੱਕ ਕੰਮ ਅਤੇ ਮਿਹਨਤ ਸਦਕਾ ਹੀ ਮਿਲੇ ਨੇ। ਉਹਨਾਂ ਨੂੰ ਆਰ.ਕੇ. ਨਾਰਾਇਣ ਲਿਟਰੇਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਟਿੰਬੇ ਅਵਾਰਡ ਗੌਰਮੈਂਟ ਆਫ ਕਰਨਾਟਕਾ ਨੇ ਉਹਨਾਂ ਨੂੰ ਦਿੱਤਾ। ਐਟਿੰਬੇ ਅਵਾਰਡ। ਰੇਮੰਡ, ਤੁਸੀਂ ਜਾਣਦੇ ਹੋਗੇ, ਰੇਮੰਡ ਕ੍ਰਾਸਵਰਡ ਲਾਈਫ ਟਾਈਮ ਅਚੀਵਮੈਂਟ ਅਵਾਰਡ ਇਹਨਾਂ ਨੂੰ ਮਿਲਿਆ। ਔਰ ਸਭ ਨਾਲੋਂ ਉਚੇਰਾ ਅਵਾਰਡ ਜਿਹੜਾ ਹੈ ਪਦਮ ਸ਼੍ਰੀ ਅਵਾਰਡ ਉਹਨਾਂ ਨੂੰ ਮਿਲਿਆ। ਬਹੁਤ ਸਾਰੀ ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਡਾਕਟਰੇਟ ਦੀ ਡਿਗਰੀਜ਼ ਦਿੱਤੀਆਂ ਨੇ। ਪਿਆਰੇ ਬੱਚਿਓ, ਸੁਧਾ ਮੂਰਤੀ ਇੱਕ ਅਥੱਕ ਕੰਮ ਕਰਨ ਵਾਲੀ ਇੱਕ ਕਰਮਠ ਯੋਗਿਨੀ ਹੈ, ਔਰ ਉਸ ਦੇ ਲਈ ਇਹ ਕਿਹਾ ਜਾਂਦਾ ਹੈ, हिम्मत करने वालों की कभी हार नहीं होती, तूफ़ान से साहिल में बैठने वालों की नैया पार नहीं होती। और यह पाठ सानू दसदा है, हवा जब विपरीत दिशा में चलती है, हवा जब विपरीत दिशा में चलती है, दिशा जो विपरीत होती है, तब पतंग सबसे अच्छी उड़ती है। हवा जब विपरीत दिशा में चलती है, तब पतंग सबसे अच्छी उड़ती है। थैंक यू वेरी मच। आई थिंक you must have enjoyed my lesson. You must have understood it very well. If you are new to my channel, please subscribe it for new educational videos available for you. Thank you very much. So nice of you.